ਬਹੁਤ ਹੀ ਸਤਿਕਾਰਯੋਗ ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ। ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਪਵਿੱਤਰ ਫਤਿਹ ਬੁਲੰਦ ਕਰੀਏ। ਸਤਿਕਾਰ ਸਹਿਤ ਆਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੋਣਾਂ ਦੇ ਦਿਨ ਨੇ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜਾ ਵੀ ਬੰਦਾ ਜਾਂ ਜਿਹੜਾ ਵੀ ਵਿਅਕਤੀ ਕਿਸੇ ਨਾ ਕਿਸੇ ਰਾਜਨੀਤਿਕ ਧਿਰ ਦੇ ਨਾਲ ਖੜਾ ਹੁੰਦਾ ਹੈ, ਉਹ ਕਦੀ ਵੀ ਉਸ ਧਿਰ ਦੇ ਵਿਰੋਧ ਦੇ ਵਿੱਚ ਜਾਂ ਉਹਦੇ ਬਾਰੇ ਜਾਂ ਫਿਰ ਉਹਦੀ ਨੁਕਤਾਚੀਨੀ ਸੁਣਨੀ ਪਸੰਦ ਨਹੀਂ ਕਰਦਾ। ਔਰ ਇਹ ਤਕਰੀਬਨ ਸਾਰੀਆਂ ਹੀ ਰਾਜਨੀਤਿਕ ਧਿਰਾਂ 'ਚ ਹੁੰਦੀਆਂ ਹੈ। ਅਤੇ ਕਈ ਵਾਰੀ ਜਿਹੜੇ ਲੀਡਰ ਹੁੰਦੇ ਨੇ ਉਹਨਾਂ ਤੋਂ ਜ਼ਿਆਦਾ ਜਿਹੜੇ ਕਹਿ ਸਕਦੇ ਆ ਕਿ ਉਹਨਾਂ ਦੇ ਅੱਗੇ ਵਰਕਰ ਹੁੰਦੇ ਨੇ, ਉਹਨਾਂ ਦੇ 'ਚ ਇਹ ਪ੍ਰਵਿਰਤੀ ਇੰਨੀ ਜ਼ਿਆਦਾ ਆ ਜਾਂਦੀ ਹੈ ਕਿ ਉਹ ਬੇਸ਼ੱਕ ਆਪਣੇ ਆਗੂ ਦੇ ਵਿੱਚ, ਨੇਤਾ ਦੇ ਵਿੱਚ, ਲੀਡਰ ਦੇ ਵਿੱਚ ਕੋਈ ਗਲਤੀ ਵੀ ਹੋਵੇ, ਪਰ ਉਸ ਨੂੰ ਮੰਨਣ ਨੂੰ ਕਦੀ ਵੀ ਉਹ ਤਿਆਰ ਨਹੀਂ ਹੁੰਦੇ। ਔਰ ਇਸੇ ਗੱਲ ਨੂੰ ਹੀ ਮੌਬ ਮੈਂਟੈਲਿਟੀ ਜਾਂ ਹਰਡ ਮੈਂਟੈਲਿਟੀ ਕਿਹਾ ਜਾਂਦਾ ਹੈ। ਅਤੇ ਜਦੋਂ ਅਸੀਂ ਇਹਦਾ ਪੰਜਾਬੀ 'ਚ ਅਨੁਵਾਦ ਕਰਦੇ ਹਾਂ ਤਾਂ ਇਸ ਨੂੰ ਭੇਡ ਪ੍ਰਵਿਰਤੀ ਕਿਹਾ ਜਾਂਦਾ ਹੈ। ਦਰਅਸਲ ਇਹਦੇ 'ਚ ਇਹ ਨਹੀਂ ਹੁੰਦਾ ਕਿ ਜਿਹੜੇ ਬੰਦੇ ਹੁੰਦੇ ਨੇ ਉਹ ਭੇਡਾਂ ਬਣ ਜਾਂਦੇ ਨੇ, ਪਰ ਪ੍ਰਵਿਰਤੀ ਉਹ ਆ ਜਾਂਦੀ ਹੈ ਕਿ ਜਦੋਂ ਇੱਕ ਜਣਾ ਜਿਹੜੀ ਗੱਲ ਕਰਦਾ ਹੈ ਜਾਂ ਜਿਹੜੇ ਰਾਹ 'ਤੇ ਤੁਰਦਾ ਹੈ, ਸਾਰੇ ਉਸੇ ਹੀ ਰਾਹ 'ਤੇ ਤੁਰ ਪੈਂਦੇ ਨੇ। ਇਹ ਨਹੀਂ ਵੇਖਦੇ ਫਾਇਦਾ ਕੀ ਹੈ, ਨੁਕਸਾਨ ਕੀ ਹੈ, ਨੁਕਤਾਚੀਨੀ ਕਿਉਂ ਹੋ ਰਹੀ ਹੈ। ਅਤੇ ਕਈ ਵਾਰੀ ਨੁਕਤਾਚੀਨੀ ਸੁਚੇਤ ਕਰਨ ਵਾਸਤੇ ਵੀ ਹੁੰਦੀ ਹੈ, ਜਿਸ ਨੂੰ ਅਸੀਂ ਕੰਸਟਰਕਟਿਵ ਕ੍ਰਿਟੀਸਿਜ਼ਮ ਕਹਿ ਦਿੰਦੇ ਹਾਂ। ਵੈਸੇ ਨਿਆਏ ਸ਼ਾਸਤਰ ਦਾ ਇੱਕ ਕਹਿ ਸਕਦੇ ਹੋ ਕਿ ਇੱਕ ਬੜਾ ਅਹਿਮ ਪੱਖ ਹੈ ਅੰਧ ਪਰੰਪਰਾ ਨਿਆਏ। ਨਿਆਏ ਸ਼ਾਸਤਰ ਦੇ ਵਿੱਚ ਅੰਧ ਪਰੰਪਰਾ ਨਿਆਏ, ਉਹਦੇ ਵਿੱਚ ਇਹੀ ਹੁੰਦਾ ਹੈ ਕਿ ਅੰਧ ਪਰੰਪਰਾ ਕਿ ਇੱਕ ਵਿਅਕਤੀ ਜਿਸ ਰਾਹ ਦੇ ਉੱਪਰ ਤੁਰ ਪਿਆ, ਸਾਰਿਆਂ ਨੇ ਉਸੇ ਰਾਹ ਦੇ ਉੱਪਰ ਤੁਰ ਪੈਣਾ ਅਤੇ ਸੁਚੇਤ ਕਰਨ ਵਾਲਿਆਂ ਦਾ ਵਿਰੋਧ ਕਰਨਾ ਹੁੰਦਾ। ਪਰ ਜੋ ਮੇਰੀ ਸੋਚ ਹੈ, ਉਹ ਚਾਹੇ ਕੋਈ ਵੀ ਰਾਜਨੀਤਿਕ ਧਿਰ ਹੈ, ਜਦੋਂ ਸਾਡੇ ਵਰਗੇ ਲੋਕ ਜਿਹੜੇ ਕਿਸੇ ਸਿਆਸੀ ਧਿਰ ਦੇ ਨਾਲ ਨਹੀਂ ਜੁੜੇ ਹੁੰਦੇ ਅਤੇ ਕਿਤੇ ਨਾ ਕਿਤੇ ਉਹਦਾ ਸਕਾਰਾਤਮਕ ਕਹਿ ਸਕਦੇ ਹੋ ਕਿ ਉਸਦਾ ਸਕਾਰਾਤਮਕ ਰੂਪ ਦੇ ਵਿੱਚ ਉਸਦੀ ਆਲੋਚਨਾ ਕਰਦੇ ਆ ਜਾਂ ਫਿਰ ਉਹਦਾ ਕੰਸਟਰਕਟਿਵ ਕ੍ਰਿਟੀਸਿਜ਼ਮ ਕਰਦੇ ਆ, ਤਾਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਅਸੀਂ ਕਿਸੇ ਦੂਜੀ ਧਿਰ ਨੂੰ ਵਡਿਆ ਰਹੇ ਹਾਂ, ਬਲਕਿ ਇਹਦਾ ਇਹ ਮਤਲਬ ਹੁੰਦਾ ਹੈ ਕਿ ਜਿਹੜੀ ਧਿਰ ਹੈ ਜਾਂ ਜਿਹੜੀ ਸਿਆਸੀ ਧਿਰ ਹੈ, ਇਹਦੇ ਵਿੱਚ ਖਾਮੀਆਂ ਨੇ ਅਤੇ ਇਹਨਾਂ ਨੂੰ ਕਰਨਾ ਚਾਹੀਦਾ ਹੈ। ਅਤੇ ਜਿਹੜੀਆਂ ਪਹਿਲੀਆਂ ਧਿਰਾਂ ਨੇ, ਜਦੋਂ ਉਹ ਇਹਨਾਂ ਮੁੱਦਿਆਂ ਤੋਂ ਜਾਂ ਲੋਕਾਂ ਦੀਆਂ ਇਹਨਾਂ ਮੁਸ਼ਕਿਲਾਂ ਤੋਂ ਦੂਰ ਗਈਆਂ, ਤਾਂ ਉਹਨਾਂ ਨੂੰ ਇਹ ਜਿਹੜਾ ਸੀਗਾ ਇਹ ਨੁਕਸਾਨ ਸਹਿਣਾ ਪਿਆ। ਮਿਸਾਲ ਦੇ ਤੌਰ 'ਤੇ ਜਦੋਂ ਅਸੀਂ ਪਿਛਲੇ ਕੁਝ ਦਿਨਾਂ ਤੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ ਰਿਹਾਈ ਦਾ ਮਸਲਾ ਚੱਲ ਰਿਹਾ ਸੀ, ਸੋਸ਼ਲ ਮੀਡੀਆ ਦੇ ਉੱਪਰ ਅਤੇ ਜ਼ਮੀਨੀ ਪੱਧਰ ਦੇ ਉੱਪਰ ਜਿਹੜੀ ਹਕੀਕਤ ਹੈ ਉਹਦੇ ਵਿੱਚ ਬਹੁਤ ਅੰਤਰ ਸੀ। ਜਦੋਂ ਸੋਸ਼ਲ ਮੀਡੀਆ ਦੇ ਦੌਰਾਨ ਇਹ ਗੱਲ ਕੀਤੀ ਜਾਂਦੀ ਸੀ ਅਤੇ ਜਾ ਕੇ ਜਿਹੜੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਾਡੇ ਵੀਰ ਨੇ, ਉਹ ਕਹਿੰਦੇ ਸੀ ਕਿ ਵੋਟਾਂ ਦੇ ਦੌਰਾਨ ਇਸ ਮੁੱਦੇ ਨੂੰ ਕਿਉਂ ਚੁੱਕਿਆ, ਪਰ ਉਹ ਇਹ ਨਹੀਂ ਸੀ ਵੇਖ ਰਹੇ ਕਿ ਇਹਦੇ ਵਿੱਚ ਵੀ ਕਿਤੇ ਨਾ ਕਿਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਮੁੱਦਾ ਪਹਿਲਾਂ ਵੀ ਚੁੱਕਿਆ ਜਾਂਦਾ ਰਿਹਾ। ਦੂਸਰੀ ਗੱਲ, ਸਿੱਖ ਵੀਰ ਜਿਹੜੇ ਇਸ ਮੁੱਦੇ ਨੂੰ ਉਠਾ ਰਹੇ ਸਨ, ਉਹਨਾਂ ਦੀ ਵੀ ਦੂਰ ਅੰਦੇਸ਼ੀ ਇਹ ਸੀ ਕਿ ਰਾਜਨੀਤਿਕ ਧਿਰਾਂ ਦੇ ਕੋਲੋਂ ਉਦੋਂ ਹੀ ਕਿਸੇ ਗੱਲ ਨੂੰ ਮਨਵਾਇਆ ਜਾ ਸਕਦਾ ਹੈ ਜਦੋਂ ਉਹਨਾਂ ਨੂੰ ਵੋਟਰਾਂ ਦੀ ਲੋੜ ਹੋਵੇ, ਪਰ ਜਦੋਂ ਵੋਟਰ ਵੋਟਾਂ ਪਾ ਲੈਂਦੇ ਨੇ ਤੇ ਫਿਰ ਲੀਡਰਾਂ ਨੂੰ ਵੋਟਰਾਂ ਦੀ ਲੋੜ ਨਹੀਂ ਰਹਿ ਜਾਂਦੀ। ਸੋ ਕਿਤੇ ਨਾ ਕਿਤੇ ਜਦੋਂ ਇਹਨਾਂ ਵੀਰਾਂ ਨੇ ਜਿਹੜੇ ਖਾਸ ਕਰਕੇ ਇਸ ਮੁੱਦੇ ਦੇ ਵਿੱਚ ਬਹੁਤ ਜ਼ਿਆਦਾ ਸਰਗਰਮ ਸਨ, ਜਦੋਂ ਉਹਨਾਂ ਨੇ ਮੁੱਦਾ ਚੁੱਕਿਆ ਤਾਂ ਉਹਦੇ ਵਿੱਚ ਇਹੀ ਗੱਲ ਕਹੀ ਗਈ ਕਿ ਜੇਕਰ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦੀ ਤਾਂ ਦਵਿੰਦਰਪਾਲ ਸਿੰਘ ਭੁੱਲਰ ਅੱਜ ਤੋਂ ਵੀ ਕੁਝ ਸਮਾਂ ਪਹਿਲਾਂ ਘਰ ਦੇ ਵਿੱਚ ਆ ਸਕਦਾ ਸੀ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ, ਬਕਾਇਦਾ ਤੌਰ ਦੇ ਉੱਪਰ ਇਹ ਰਿਕਾਰਡ ਦੇ ਵਿੱਚ ਦਰਜ ਸੀ, ਕਿਉਂਕਿ ਅਕਸਰ ਜਦੋਂ ਅਸੀਂ ਵੇਖੋ, ਇੱਕ ਗੱਲ ਤਾਂ ਬੜੀ ਅਹਿਮ ਹੈ ਕਿ ਅਕਸਰ ਜਦੋਂ ਅਸੀਂ ਸਿੱਖ ਬੰਦੀਆਂ ਦੀ ਰਿਹਾਈ ਦੀ ਗੱਲ ਕਰਦੇ ਹਾਂ ਤਾਂ ਸਾਡੀ ਮਾਨਸਿਕਤਾ ਦੇ ਵਿੱਚ ਪਹਿਲਾ ਨਿਸ਼ਾਨਾ ਜਿਹੜਾ ਉਹ ਕੇਂਦਰ ਦੀ ਸਰਕਾਰ ਹੁੰਦੀ ਹੈ। ਪਰ ਇਸ ਮੁੱਦੇ ਦੇ ਵਿੱਚ ਗੱਲ ਥੋੜ੍ਹੀ ਜਿਹੀ ਵੱਖਰੀ ਸੀ। ਉਹ ਵੱਖਰੀ ਇਹ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੇ 550 ਸਾਲਾ ਪ੍ਰਗਟ ਦਿਹਾੜੇ ਨੂੰ ਸਮਰਪਿਤ ਜਿਹੜੇ ਕੇਂਦਰ ਦੀ ਸਰਕਾਰ ਦੇ ਵੱਲੋਂ ਐਲਾਨ ਕੀਤੇ ਗਏ, ਉਹਨਾਂ ਦੇ ਵਿੱਚ ਸਰਦਾਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ ਰਿਹਾਈ ਵੀ ਸੀ। ਹੁਣ ਇਹਦੇ ਵਿੱਚ ਕੇਂਦਰ ਦੇ ਉੱਪਰ ਨਿਸ਼ਾਨਾ ਨਹੀਂ ਸੀ ਸਾਧਿਆ ਜਾ ਸਕਦਾ, ਕਿਉਂਕਿ ਕੇਂਦਰ ਨੇ ਰਿਹਾਈ ਦੀ ਜਿਹੜੀ ਗੱਲ ਕਹਿ ਸਕਦੇ ਹੋ ਕਿ ਐਲਾਨ ਜਿਹੜਾ ਸੀ ਉਹ ਕਰ ਦਿੱਤਾ ਸੀ। ਪਰ ਹੁਣ ਉਹਦੇ ਵਿੱਚ ਚੱਕਰ ਕੀ ਸੀ? ਉਹਦੇ ਵਿੱਚ ਇਹ ਸੀ ਕਿ ਜਿਹੜਾ ਸੈਂਟੈਂਸ ਰਿਵਿਊ ਬੋਰਡ ਸੀ, ਉਸ ਨੇ 3 ਵਾਰੀ ਉਹਨਾਂ ਦੀ ਰਿਹਾਈ ਦੀ ਜਿਹੜੀ ਗੱਲ ਕਹਿ ਸਕਦੇ ਹੋ ਕਿ ਸਾਰਾ ਮਾਮਲਾ ਸੀ, ਉਸ ਨੂੰ 3 ਵਾਰੀ ਜਿਹੜਾ ਸੀ ਉਹ ਠੁਕਰਾ ਦਿੱਤਾ। ਔਰ ਉਹਦੇ ਵਿੱਚ ਦਿੱਲੀ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਉਹਦੇ ਉੱਪਰ ਦੋਸ਼ ਇਹ ਆਉਂਦਾ ਸੀ
ਕਿ ਜਿਹੜਾ ਇਸ ਸੈਂਟੈਂਸ ਰਿਵਿਊ ਬੋਰਡ ਦਾ ਜਿਹੜਾ ਕਹਿ ਸਕਦੇ ਹੋ ਕਿ ਮੁਖੀ ਹੈ ਉਹ ਦਿੱਲੀ ਦਾ ਗ੍ਰਹਿ ਮੰਤਰੀ ਸਤਿੰਦਰ ਜੈਨ ਹੈ। ਔਰ ਬਕਾਇਦਾ ਤੌਰ ਦੇ ਉੱਪਰ ਇਹ ਤਾਰੀਖਾਂ ਜਿਹੜੀਆਂ ਸੀਗੀਆਂ, ਚਾਹੇ ਉਹ 28 ਫਰਵਰੀ 2020 ਨੂੰ, 5 ਅਗਸਤ 2020 ਨੂੰ, ਫਿਰ 11 ਦਸੰਬਰ ਨੂੰ, ਬਕਾਇਦਾ ਤੌਰ ਤੇ ਇਹ ਗੱਲ ਚੱਲੀ ਕਿ 3 ਵਾਰੀ ਜਿਹੜੀ ਹੈ ਉਹ ਉਹਨਾਂ ਦੀ ਜਿਹੜੀ ਹੈ ਕਹਿ ਸਕਦੇ ਹੋ ਕਿ ਰਿਹਾ ਕਰਨ ਦੀ ਜਿਹੜੀ ਅਰਜ਼ੀ ਹੈ ਉਸ ਨੂੰ ਠੁਕਰਾ ਦਿੱਤਾ ਗਿਆ। ਉਹਦੇ ਵਿੱਚ ਸਾਡਾ ਇਹ ਨਹੀਂ ਹੈ ਕਿ ਕੋਈ ਕਿਸੇ ਨਾਲ ਕੋਈ ਜਾਤੀ ਵਿਰੋਧ ਸੀਗਾ, ਪਰ ਉਹਦੇ ਵਿੱਚ ਕੇਵਲ ਤੇ ਕੇਵਲ ਇਹ ਸੀ ਕਿ ਇਸ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮੁੱਦੇ ਨੂੰ ਜੇਕਰ ਆਮ ਆਦਮੀ ਪਾਰਟੀ ਚਾਹਵੇ ਤਾਂ ਆਪਣੀ ਤਾਕਤ ਦੀ ਵਰਤੋਂ ਦੇ ਸਦਕਾ ਉਹਨਾਂ ਨੂੰ ਰਿਹਾ ਕਰ ਸਕਦੀ ਹੈ, ਪਰ ਕਿਉਂ ਨਹੀਂ ਕੀਤਾ ਜਾ ਰਿਹਾ, ਇਹ ਇੱਕ ਸਵਾਲ ਸੀ। ਪਰ ਜਿਹੜੇ ਸਾਡੇ ਵੀਰ ਆਮ ਆਦਮੀ ਪਾਰਟੀ ਦੇ ਨਾਲ ਜੁੜੇ ਹੋਏ ਸੀ, ਉਹਨਾਂ ਦਾ ਜਿਹੜਾ ਸਪਸ਼ਟੀਕਰਨ ਸੀ ਪਹਿਲਾਂ ਤਾਂ ਇਹ ਸੀ ਕਿ 2014 ਦੇ ਵਿੱਚ ਰਿਹਾਈ ਦੀ ਮੰਗ ਜਿਹੜੀ ਹੈ ਉਹ ਦਿੱਲੀ ਸਰਕਾਰ ਨੇ ਕੀਤੀ। ਵੇਖੋ ਪਹਿਲੀ ਕੇਜਰੀਵਾਲ ਨੇ ਕੀਤੀ। ਪਹਿਲੀ ਗੱਲ ਤਾਂ ਹੈ ਕਿ ਉਦੋਂ ਇਹ ਮੁੱਦਾ ਸੀ ਕਿ ਇਸ ਮੁੱਦੇ ਤੋਂ ਸਿੱਖਾਂ ਨੂੰ ਜਜ਼ਬਾਤੀ ਤੌਰ ਤੇ ਵੋਟਾਂ ਦੇ ਵਿੱਚ ਤਬਦੀਲ ਕੀਤਾ ਜਾ ਸਕਦੀ। ਖੈਰ ਇਹ ਗੱਲ ਇੱਕ ਵੱਖਰੀ ਹੈ। ਪਰ ਜਦੋਂ ਉਹ ਇਹ ਗੱਲ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਨੂੰ ਨਿਸ਼ਾਨਾ ਕਿਉਂ ਬਣਾ ਰਹੇ ਹੋ, ਤੇ ਮੈਂ ਫਿਰ ਬਾਰ-ਬਾਰ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜੀ ਵੀ ਧਿਰ ਪੰਜਾਬ ਦੇ ਨਾਲ ਵਿਸਾਘਾਤ ਕਰਦੀ ਹੈ, ਪੰਜਾਬ ਦਾ ਜਾਗਰੂਕ ਨੌਜਵਾਨ ਵਰਗ ਜਿਹੜਾ ਹੈ ਉਹ ਹਮੇਸ਼ਾ ਹੀ ਉਸ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦਿੰਦਾ ਹੈ। ਅਮਰਿੰਦਰ ਸਿੰਘ ਅੱਜ ਕਿੱਥੇ ਹੈ? ਗੁਟਕਾ ਸਾਹਿਬ ਦੀ ਸਹੁੰ ਖਾਦੀ ਸੀ ਹੱਥ ਦੇ ਵਿੱਚ ਫੜ ਕੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਦੇਵਾਂਗਾ। ਕੀ ਪੰਜਾਬ ਦੇ ਲੋਕਾਂ ਨੇ ਸਵੀਕਾਰ ਕੀਤਾ? ਬਰਗਾੜੀ ਕਾਂਡ ਦੇ ਵਿੱਚ ਅਕਾਲੀ ਦਲ ਦੇ ਉੱਪਰ ਸਾਰਾ ਦੋਸ਼ ਆਇਆ, ਬਾਈਬਲ ਕਲਾਂ, ਤਾਂ ਕੀ ਸਿੱਖਾਂ ਨੇ ਜਾਂ ਸਿੱਖਾਂ ਦੇ ਜਾਗਰੂਕ ਵਰਗ ਨੇ ਉਹਨਾਂ ਦੇ ਨਾਲ ਕਹਿ ਸਕਦੇ ਹੋ ਕਿ ਉਹਨਾਂ ਨੂੰ ਕਟਹਿਰੇ 'ਚ ਖੜਾ ਨਹੀਂ ਕੀਤਾ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਲਾਪਤਾ ਹੋਏ ਤੇ ਕੀ ਸਾਡੀਆਂ ਪੰਥਕ ਜਥੇਬੰਦੀਆਂ ਨੇ ਉਹਨਾਂ ਨੂੰ ਕਚਹਿਰੇ ਦੇ ਵਿੱਚ ਨਹੀਂ ਖੜਾ ਕੀਤਾ? ਨਸ਼ੇ ਦੀ ਗੱਲ ਆਈ ਜਾਂ ਫਿਰ ਜਿੰਨੇ ਵੀ ਮੁੱਦੇ ਆਏ ਜਿਹਦੇ ਕਰਕੇ ਅੱਜ ਉਹ ਸੱਤਾ ਤੋਂ ਬਾਹਰ ਨੇ, ਉਹ ਚਾਹੇ ਕੈਪਟਨ ਅਮਰਿੰਦਰ ਸਿੰਘ ਹੈ ਤੇ ਚਾਹੇ ਅਕਾਲੀ ਦਲ ਹੈ। ਹੁਣ ਸੋਚਣਾ ਤਾਂ ਇਹ ਫਰਜ਼ ਬਣਦਾ ਨੇ ਕਿ ਉਹ ਸੱਤਾ ਤੋਂ ਬਾਹਰ ਹੀ ਇਸ ਕਰਕੇ ਨਹੀਂ, ਕਿਉਂਕਿ ਕਿਤੇ ਨਾ ਕਿਤੇ ਉਹ ਪੰਜਾਬ ਦੇ ਜਿਹੜੇ ਮੁੱਦੇ ਸੀ ਉਹਨਾਂ ਪ੍ਰਤੀ ਆਪਣੀ ਸੁਹਿਰਦਤਾ ਨਹੀਂ ਵਿਖਾ ਸਕੇ। ਔਰ ਜਦੋਂ ਹੁਣ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ ਰਿਹਾਈ ਦੀ ਗੱਲ ਚੱਲੀ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਨੇ ਭਗਵੰਤ ਮਾਨ ਸਾਹਿਬ, ਚਾਹੇ ਮਨਵਿੰਦਰ ਸਿੰਘ ਗਿਆਸਪੁਰਾ, ਚਾਹੇ ਹੋਰ ਵੀ ਜਿੰਨੇ ਉਹਨਾਂ ਦੇ ਸੀ, ਉਹਨਾਂ ਨੇ ਇੱਕੋ ਗੱਲ ਬਾਰ-ਬਾਰ ਜਿਹੜੀ ਮੀਡੀਆ 'ਚ ਇੱਕੋ ਗੱਲ ਕਹੀ ਕਿ ਉਹ ਜਿਹੜੀ ਫਾਈਲ ਹੈ ਉਹ ਤਾਂ ਲੈਫਟੀਨੈਂਟ ਗਵਰਨਰ ਦੇ ਕੋਲ ਪਈ ਹੈ ਜਿਹੜਾ ਕੇਂਦਰ ਦਾ ਨੁਮਾਇੰਦਾ ਹੈ। ਪਰ ਇਸ ਨੂੰ ਮੈਂ ਕਹਿੰਦਾ ਕਿ ਜੋ ਕੁਝ ਉਹ ਕਹਿ ਰਹੇ ਸੀ ਉਹੀ ਕੁਝ ਅੱਗੋਂ ਉਹਨਾਂ ਦੇ ਜਿਹੜੇ ਵਰਕਰ ਹੈ ਉਹੀ ਮੀਡੀਆ ਦੇ ਵਿੱਚ ਪ੍ਰਚਾਰਿਤ ਕਰੀ ਜਾ ਰਹੇ ਸੀ, ਉਸੇ ਗੱਲ ਨੂੰ ਪ੍ਰਚਾਰਿਆ ਜਾ ਰਿਹਾ ਸੀ। ਉਸ ਤੋਂ ਬਾਅਦ ਜਦੋਂ ਉਹਨਾਂ ਦੇ ਆਪਣੇ ਹੀ ਪਾਰਟੀ ਪ੍ਰਧਾਨ ਤੇ ਦਿੱਲੀ ਦੇ ਜਿਹੜੇ ਨੇ ਮੁੱਖ ਮੰਤਰੀ, ਉਹਨਾਂ ਦਾ ਬਿਆਨ ਆ ਗਿਆ ਤੇ ਉਹਦੇ ਨਾਲ ਕੀ ਹੋਇਆ ਕਿ ਇੰਜ ਲੱਗਾ ਕਿ ਇਹ ਜਿਹੜੇ ਆਗੂ ਨੇ ਇਹ ਬਿਨਾਂ ਕਿਸੇ ਆਧਾਰ ਦੇ ਉੱਪਰ ਝੂਠ ਬੋਲੀ ਜਾ ਰਹੇ ਸੀ ਤੇ ਉਸੇ ਝੂਠ ਨੂੰ ਅੱਗੋਂ ਇਹਨਾਂ ਦੇ ਜਿਹੜੇ ਵਰਕਰ ਨੇ ਉਹ ਪ੍ਰਚਾਰਦੇ ਜਾ ਰਹੇ ਸੀ। ਇਹਦੇ ਨਾਲ ਜੇ ਸੱਚ ਜਾਣ ਕੇ ਵੇਖੋ ਤੇ ਮੀਡੀਆ ਦੇ ਵਿੱਚ ਉਹਨਾਂ ਨੂੰ ਵੀ ਸ਼ਰਮਸਾਰ ਹੋਣਾ ਪਿਆ ਜਦੋਂ ਕੇਜਰੀਵਾਲ ਦਾ ਇਹ ਬਿਆਨ ਆ ਗਿਆ ਕਿ ਉਹ ਜਿਹੜੀ ਫਾਈਲ ਹੈ ਉਹ ਦਿੱਲੀ ਸਰਕਾਰ ਦੇ ਕੋਲ ਹੈ। ਮੈਂ ਇਸੇ ਕਰਕੇ ਅਕਸਰ ਕਹਿੰਦਾ ਹੁੰਦਾ ਕਿ ਬਿਨਾਂ ਆਧਾਰ ਤੋਂ, ਜਿੰਨਾ ਚਿਰ ਤੁਹਾਡੇ ਕੋਲ ਕੋਈ ਸਬੂਤ ਨਹੀਂ ਹੈ, ਬਿਨਾਂ ਆਧਾਰ ਤੋਂ ਕਦੀ ਵੀ ਕਾਲੀ ਦੇ ਵਿੱਚ ਨਹੀਂ ਬੋਲਣਾ ਚਾਹੀਦਾ। ਮੈਂ ਅੱਗੇ ਵੀ ਕਈ ਵਾਰੀ ਇਸ ਗੱਲ ਦੀ ਉਦਾਹਰਨ ਦਿੱਤੀ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਫਰਨਾਮੇ ਦੇ ਵਿੱਚ ਇੱਕ ਗੱਲ ਬੜੀ ਪਿਆਰੀ ਕਹੀ ਹੈ ਕਿ ਫਿਰ ਦੋਸੀਏ ਖੁਸ਼ ਵਕਤ ਖੁਸ਼ ਬਿਆ ਸ਼ਤਾਬੀ ਸ਼ਬਦ ਕਾਰੇ ਆਹਰ ਮਨਾ, ਕਿ ਕਾਲੀ ਕਰਨਾ ਸ਼ੈਤਾਨ ਮਨ ਦਾ ਕੰਮ ਹੁੰਦਾ ਹੈ। ਪ੍ਰਤੀਕਰਮ ਇੱਕ ਦਿਨ ਹਟ ਕੇ ਵੀ ਦਿੱਤਾ ਜਾ ਸਕਦਾ, 2 ਦਿਨ ਹਟ ਕੇ ਵੀ ਦਿੱਤਾ ਜਾ ਸਕਦਾ। ਸਾਰੇ ਘਟਨਾਕ੍ਰਮ ਦਾ ਮਾਮਲੇ ਦਾ ਜਿਹੜਾ ਪਤਾ ਹੈ ਉਹ ਤੇ ਹੋਣਾ ਚਾਹੀਦਾ ਨਾ। ਅਸੀਂ ਪ੍ਰਤੀਕਰਮ ਦੇਣ ਦੇ ਵਾਸਤੇ ਕਾਹਲੇ ਰਹਿੰਦੇ ਹਾਂ। ਹੁਣ ਜਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੇ ਕਹਿ ਦਿੱਤਾ ਕਿ ਫਾਈਲ ਸਰਕਾਰ ਦੇ ਕੋਲ ਹੈ, ਤੇ ਹੁਣ ਉਹੀ ਲੋਕ ਜਿਹੜੇ ਸਾਡੇ ਬਾਰੇ, ਮੈਂ ਅਕਸਰ ਵੇਖਿਆ ਸੀ ਜਦੋਂ ਮੈਂ ਪਹਿਲੇ ਲੈਕਚਰ ਕੀਤੇ ਥੱਲੇ ਕਮੈਂਟਾਂ ਦੇ ਵਿੱਚ ਗਾਲਾਂ ਕਿੰਨਾ ਕੁਛ ਕਿ ਨਹੀਂ ਜੀ ਉਹ ਤਾਂ ਲੈਫਟੀਨੈਂਟ ਗਵਰਨਰ ਦੇ ਕੋਲ ਪਈ ਹੈ, LG ਦੇ ਕੋਲ ਪਈ ਹੈ, ਝੂਠੇ ਦੋਸ਼ ਲਾਏ ਜਾ ਰਹੇ ਨੇ। ਪਰ ਹੁਣ ਜਦੋਂ ਪਾਰਟੀ ਸੁਪਰੀਮੋ ਨੇ ਖੁਦ ਮੰਨ ਲਿਆ ਤੇ ਫਿਰ ਉਹੀ ਗੱਲ ਹੋਈ ਨਾ ਕਿ ਅਸੀਂ ਕਾਲੀ ਦੇ ਵਿੱਚ ਜਿਹੜਾ ਸਾਰਾ ਉਹ ਕਰਦੇ ਹਾਂ, ਕਾਲੀ ਦੇ ਵਿੱਚ ਪ੍ਰਤੀਕਰਮ ਹੁੰਦਾ ਸਾਡਾ। ਹੁਣ ਜਦੋਂ ਸੈਂਟੈਂਸ ਰਿਵਿਊ ਬੋਰਡ ਦੇ ਕੋਲ ਹੈ ਤੇ ਉਸ ਨੇ ਕਿਹਾ ਹੈ ਕਿ ਦੁਬਾਰਾ ਜਿਹੜਾ ਉਸ ਨੂੰ ਭੇਜਿਆ ਜਾਵੇਗਾ, ਤੇ ਉਹ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ ਉਹਦੇ ਜਿਹੜੇ 7 ਮੈਂਬਰ ਹੁੰਦੇ ਨੇ ਉਹਨਾਂ ਦੇ ਵਿੱਚ ਇੱਕ ਤਾਂ ਪੁਲਿਸ ਦਾ ਮੰਨ ਲਿਆ ਕਿ ਉਹ ਕੇਂਦਰ ਦੇ ਅਧਿਕਾਰ ਅਧੀਨ ਹੈ,
ਇੱਕ ਜੁਡੀਸ਼ਰੀ ਦਾ, ਉਹਨੂੰ ਵੀ ਮੰਨ ਲਿਆ ਜਾਵੇ ਕਿ ਕੇਂਦਰ ਦੇ ਅਧਿਕਾਰ ਜਾਂ ਕੇਂਦਰ ਦੇ ਅਧੀਨ ਹੈ। 5 ਜਿਹੜੇ ਬਾਕੀ ਮੈਂਬਰ ਨੇ ਉਹ ਤਾਂ ਦਿੱਲੀ ਸਰਕਾਰ ਦੇ ਨੇ, ਤੇ ਉਸ ਬੋਰਡ ਦਾ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ ਉਹਦਾ ਜਿਹੜਾ ਚੇਅਰਮੈਨ ਹੈ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਦਿੱਲੀ ਦੇ ਵਿੱਚ ਸਰਕਾਰ ਹੈ ਉਹਦਾ ਉਹ ਗ੍ਰਹਿ ਮੰਤਰੀ ਹੈ ਸਤਿੰਦਰ ਜੈਨ। ਸੋ ਆ ਜਾ ਕੇ ਸਾਰੀ ਤਾਕਤ ਤਾਂ ਇਹਨਾਂ 5 ਮੈਂਬਰਾਂ ਦੇ ਕੋਲ ਹੈ ਨਾ, ਤੇ ਕੇਂਦਰ ਦੇ ਵੱਲੋਂ ਤਾਂ ਪਹਿਲਾਂ ਹੀ ਰਿਹਾਈ ਦੀ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ, ਤੇ ਬਹੁਮਤ ਦੇ ਨਾਲ ਇਹ 5 ਮੈਂਬਰ ਜਿਹੜੇ ਨੇ ਇਹ ਬਹੁਤ ਸਮਾਂ ਪਹਿਲਾਂ ਦਵਿੰਦਰਪਾਲ ਸਿੰਘ ਭੁੱਲਰ ਨੂੰ ਕਹਿ ਸਕਦੇ ਹੋ ਕਿ ਰਿਹਾਈ ਕਰਕੇ ਘਰ ਦੇ ਵਿੱਚ ਭੇਜ ਸਕਦੇ ਸੀਗੇ, ਪਰ 3 ਵਾਰੀ ਰੱਦ ਕੀਤੀ ਗਈ। ਔਰ ਜਦੋਂ 550 ਸਾਲਾਂ ਦੇ ਉੱਪਰ ਰਿਹਾਈ ਦੀ ਗੱਲ ਹੋਈ ਤੇ ਉਸ ਤੋਂ ਬਾਅਦ ਇਹਦੇ ਖਿਲਾਫ ਜਿਹੜੀ ਬਿੱਟੇ ਨੇ ਰਿਟ ਪਾਈ ਸੀ ਕਿ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਨੂੰ ਜਿਹੜਾ ਉਹ ਸਮੇਂ ਤੋਂ ਪਹਿਲਾਂ ਰਿਹਾਈ ਨਾ ਦਿੱਤੀ ਜਾਵੇ, ਪਰ ਉਹ ਵੀ ਜਿਹੜੀ ਰਿਟ ਹੈ ਉਹ ਖਾਰਜ ਹੋ ਚੁੱਕੀ ਸੀ, ਤੇ ਅੰਤਮ ਫੈਸਲਾ ਫਿਰ ਸੈਂਟੈਂਸ ਰਿਵਿਊ ਬੋਰਡ ਨੇ ਕਰਨਾ ਸੀ। ਤੇ ਨਿਚੋੜ ਤੇ ਫਿਰ ਇਹੀ ਨਿਕਲਦਾ ਹੈ ਕਿ ਕਿਤੇ ਨਾ ਕਿਤੇ 2 ਪੱਖ ਨੇ, ਜਾਂ ਤਾਂ ਫਿਰ ਆਮ ਆਦਮੀ ਪਾਰਟੀ ਵੀ ਸਿੱਖ ਵਿਰੋਧੀ ਨਕਸ਼ੇ ਕਦਮਾਂ ਦੇ ਉੱਪਰ ਚੱਲਦੀ ਹੋਈ ਸਾਡੇ ਜਿਹੜੇ ਵੀਰ ਬਹੁਤ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਰਿਹਾ ਨਹੀਂ ਕਰਨਾ ਚਾਹੁੰਦੇ, ਤੇ ਜਾਂ ਫਿਰ ਉਹ ਕਿਸੇ ਇਸ ਮੌਕੇ ਦੀ ਭਾਲ ਦੇ ਵਿੱਚ ਸੀ ਜਿਸ ਮੌਕੇ ਦੇ ਆ ਕੇ ਰਿਹਾ ਕਰਾ ਕੇ ਜਿਹੜਾ ਸਿੱਖ ਜਜ਼ਬਾਤ ਹੈ ਉਹਨੂੰ ਵੋਟਾਂ ਦੇ ਵਿੱਚ ਤਬਦੀਲ ਕੀਤਾ ਜਾ ਸਕੇ। ਸੋ ਕਿਤੇ ਨਾ ਕਿਤੇ ਮੈਂ ਫਿਰ ਉਹਨਾਂ ਵੀਰਾਂ ਨੂੰ ਕਹਾਂ ਕਿ ਜਿਹੜੇ ਵੀਰ ਬਿਨਾਂ ਕਿਸੇ ਤੱਥ ਤੋਂ, ਬਿਨਾਂ ਮਤਲਬ ਤੋਂ, ਬਿਨਾਂ ਕਿਸੇ ਆਧਾਰ ਤੋਂ ਗਾਲਾਂ ਕੱਢਣੀਆਂ, ਮਾੜਾ ਬੋਲਣਾ ਸ਼ੁਰੂ ਕਰ ਦਿੰਦੇ ਨੇ, ਕਿਤੇ ਨਾ ਕਿਤੇ ਅਸੀਂ ਜਿਹੜੀ ਵੀ ਧਿਰ ਦੇ ਨਾਲ ਜੁੜੇ ਹਾਂ ਉਸ ਧਿਰ ਨੂੰ ਜਵਾਬਦੇਹ ਜ਼ਰੂਰ ਬਣਾਈਏ ਕਿ ਕਿਤੇ ਨਾ ਕਿਤੇ ਪੰਜਾਬ ਦਾ ਮਸਲਾ ਹੈ, ਕਿਤੇ ਨਾ ਕਿਤੇ ਪੰਜਾਬ ਦੇ ਜਜ਼ਬਾਤਾਂ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਦਾ ਮਸਲਾ ਹੈ, ਕਿਤੇ ਨਾ ਕਿਤੇ ਪੰਜਾਬ ਦੀ ਨੌਜਵਾਨੀ ਦਾ ਮਸਲਾ ਹੈ। ਅਸੀਂ ਉਹਦੇ ਪ੍ਰਤੀ ਇਮਾਨਦਾਰੀ ਦੇ ਨਾਲ, ਸੁਹਿਰਦਤਾ ਦੇ ਨਾਲ ਤਾਂ ਜ਼ਰੂਰ ਸੋਚੀਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ, ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ